ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਖੀ ਮਨਜਿੰਦਰ ਸਿੰਘ ਸਿਰਸਾ ਤੇ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਆਰਥਿਕ ਅਪਰਾਧ ਸ਼ਾਖਾ ਦਿੱਲੀ ਵੱਲੋਂ ਦੂਜੀ FIR ਦਰਜ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਮੁਖੀ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘੇਰਿਆ ਹੈ। ਉਹਨਾਂ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੇ ਪ੍ਰਬੰਧ ਵਿੱਚ ਗਬਨ ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਲਈ ਬਾਦਲ ਦਲੀਏ ਕਿਸਾਨ ਅੰਦੋਲਨ ਪ੍ਰਤੀ ਫਰਜ਼ੀ ਹਮਾਇਤ ਅਨੁਸਾਰ ਇਸ ਪਾਸਿਓਂ ਧਿਆਨ ਹਟਾਉਣਾ ਚਾਹੁੰਦੇ ਹਨ। ਪਰ ਗੁਰੂ ਦੀ ਗੋਲਕ ਦੀ ਅੰਨੀ ਲੁੱਟ ਹੁਣ ਬੇਪਰਦਾ ਹੋ ਰਹੀ ਹੈ ਕਿ ਕਿਵੇਂ ਫਰਜ਼ੀ ਕੰਪਨੀਆਂ ਨੂੰ ਫੰਡਾਂ ਜ਼ਰੀਏ ਕਰੋੜਾਂ ਦਾ ਚੂਨਾ ਲਾਇਆ ਗਿਆ। ਸਰਦਾਰ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਬਾਦਲਾਂ ਦਾ ਹੱਥ ਠੋਕਾ ਬਣਿਆ ਦਿੱਲੀ ਕਮੇਟੀ ਮੁਖੀ ਮਨਜਿੰਦਰ ਸਿੰਘ ਸਿਰਸਾ ਜ਼ਮੀਨਾਂ ਤੇ ਕਬਜ਼ੇ, ਫਰਾਡ ਅਤੇ ਮਾਫੀਆ ਪੁਣੇ ਲਈ ਬਦਨਾਮ ਹੈ। ਉਹ ਇਸ ਕੇਸ ਵਿੱਚ ਗੁਨਾਹਗਾਰ ਹੈ। ਸਰਦਾਰ ਸਰਨਾ ਨੇ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਕਿਸਾਨ ਧਿਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਦੇ ਅਖੌਤੀ ਕਿਸਾਨ ਹਤੈਸ਼ੀ ਹੋਣ ਦੇ ਟਕਵੰਜ ਨੂੰ ਸਮਝਿਆ ਜਾਵੇ, ਜਦੋਂ ਕਿ ਬਾਦਲ ਤਾਂ ਇਹਨਾਂ ਕਾਲੇ ਖੇਤੀ ਕਾਨੂੰਨਾਂ ਦੇ ਹਮਾਇਤੀ ਰਹੇ ਹਨ। ਉਹ ਇਹਨਾਂ ਦੀ ਹੋਂਦ ਵਿੱਚ ਆਉਣ ਦੇ ਬਰਾਬਰ ਜ਼ਿੰਮੇਵਾਰ ਹਨ। ਸਰਦਾਰ ਸਰਨਾ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦਾ ਮੁੱਦਾ ਵੀ ਇਸ ਦੌਰਾਨ ਚੁੱਕਿਆ ਹੈ, ਜਿਨ੍ਹਾਂ ਨੂੰ ਮਹੀਨਿਆਂ ਤੋਂ ਇਹ ਤਨਖਾਹਾਂ ਨਹੀਂ ਦੇ ਰਹੇ। ਪਰ ਸਿਰਸਾ ਦੀ ਦਿਲਚਸਪੀ ਹਮੇਸ਼ਾ ਆਪਣੀ ਪਬਲਿਸਿਟੀ ਪ੍ਰਚਾਰ ਦੀ ਰਹੀ ਹੈ। ਹੁਣ ਵੀ ਦਿੱਲੀ ਬਾਰਡਰ ਤੇ ਕਿਸਾਨ ਹਤੈਸ਼ੀ ਹੋਣ ਦੇ ਦਮਗਜੇ ਮਾਰ ਰਿਹਾ ਹੈ। ਉਹਨਾਂ ਨੇ ਸਿਆਸੀ ਧਿਰਾਂ ਸਮੇਤ ਕਿਸਾਨ ਜਥੇਬੰਦੀਆਂ ਅਤੇ ਸੰਗਤ ਨੂੰ ਇਹਨਾਂ ਤੋਂ ਖਬਰਦਾਰ ਕੀਤਾ ਹੈ। ਇੱਕ ਹਿੰਦੀ ਦਾ ਮੁਹਾਵਰਾ ਹੈਗਾ ਵੀ ਜਦ ਚੋਰ ਡਾਕੂ ਲੁੱਟਣ ਦੇ ਮਾਲ ਤੋਂ ਡਰਦੇ ਨੇ ਤੇ ਸੱਚ ਸਾਹਮਣੇ ਆ ਜਾਂਦਾ ਹੈ। ਇਹ ਜਦ ਆਪਸ ਵਿੱਚ ਪਾਰਟੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਕਿੱਥੇ ਕਿੱਥੇ ਚੋਰੀਆਂ ਹੋ ਰਹੀਆਂ, ਉਹ ਇਹਨਾਂ ਦੇ ਬਾਅਦ ਇਹ ਚੋਰੀਆਂ ਸਾਹਮਣੇ ਆਈਆਂ ਤੇ ਇਹਨਾਂ ਦੇ ਖਿਲਾਫ FIR ਦਰਜ ਹੋਈਆਂ। ਇਹ ਮਾਮਲਾ ਹੈਗਾ ਤਕਰੀਬਨ 1.25 ਕਰੋੜ ਰੁਪਏ ਦੇ ਟੈਂਟ ਇਹਨਾਂ ਨੇ ਖਰੀਦੇ ਸਨ। ਜਦ ਮੈਂ ਬਿੱਲ ਦੇਖਿਆ ਤਾਂ ਮੈਂ ਸਮਝ ਲਿਆ ਵੀ ਇਹ ਬਿੱਲ ਗਲਤ ਜਗ੍ਹਾ ਤੋਂ ਮਾਲ ਖਰੀਦਿਆ ਹੋਇਆ ਹੈ, ਕਿਉਂਕਿ ਟੈਂਟਾਂ ਦੀ ਹਿੰਦੁਸਤਾਨ ਦੀ ਮਾਰਕੀਟ ਆਜ਼ਾਦ ਮਾਰਕੀਟ 'ਚ ਹੈ। ਉਹਨਾਂ ਚੋਂ ਕਈਆਂ ਨੂੰ ਮੈਂ ਜਾਣਦਾ। ਮੈਂ ਉਹਨਾਂ ਨੂੰ ਟੈਲੀਫੋਨ ਕੀਤਾ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸਰਤਾ ਵਿਹਾਰ ਕੋਈ ਟੈਂਟ ਦੀ ਦੁਕਾਨ ਹੈ ਕਿ ਨਹੀਂ ਹੈ। ਅਸੀਂ ਆਪਣੇ ਬੰਦੇ ਭੇਜੇ, ਉਹ ਇਹ ਨਹੀਂ ਘੱਟੋ ਘੱਟ 2-3 ਦਿਨ ਸਾਨੂੰ ਇਨਕੁਆਇਰੀ ਕਰਦਿਆਂ ਲੱਗ ਗਏ ਵੀ ਨਾ ਕੋਈ ਸੇਲ ਟੈਕਸ ਨੰਬਰ ਹੈ, ਨਾ ਬਿਲਡਿੰਗ ਹੈ, ਨਾ ਦੁਕਾਨ ਦਾ ਨਾਂ ਹੈ। और इन्होंने बिल बनवा के चेक दिते, उसको जिस बंदे ने बिल बनाया उसको चेक कैश पैसे ले 10% इन्होंने उसनों दिता है, विचों 10-15 लाख रुपया वो खा के गया है। इहदे विच सब तो वड्डी गल हैगी मनजीत सिंह नूं पार्टी चों कढ़ाया गया इन्हां ही दोषां करके जिहड़ी FIR दर्ज हुई। अज बादल नूं चाहीदा है कि इस ही पार्टी चो बाहर कड़के इसका अस्तीफा लैके इसनूं घर भेजण, नहीं तो ये समझ लवांगे कि पूरा का पूरा बादल दल इस डकैती विच, इस चोरी विच, गुरु का माल लुट्टण विच, लुट सुट कट्टण विच सारा शामिल हैगा। देखो जी नैक्सट स्टैप तो देखो कोर्ट में चले गए, जे इन्होंने कोई डिले की तो जिवें रविंदर सिंह ने कहा भी असीं हाईकोर्ट जावांगे, असीं छड्डांगे नहीं। हाले तो जिस दिन डिलाइट कंपनी की आडिटिंग रिपोर्ट जी इन्होंने दबा के रखी वो बाहर आई, फिर देखना इन्हों का की है। लोग इन्हों का शक्ल वेख के नहीं राजी होणगे। ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਸਾਲ 2013 ਵਿੱਚ ਪ੍ਰਧਾਨਗੀ ਛੱਡੀ ਸੀ ਤਾਂ ਕਮੇਟੀ ਦੇ ਖਜ਼ਾਨੇ ਵਿੱਚ 123 ਕਰੋੜ ਦੀ ਵੱਡੀ ਰਕਮ ਛੱਡ ਕੇ ਗਏ ਸਨ, ਪਰ ਹੁਣ ਇਹਨਾਂ ਦੀਆਂ ਬਦ ਇੰਤਜ਼ਾਮੀਆਂ ਤੇ ਭ੍ਰਿਸ਼ਟਾਚਾਰ ਨੇ ਗੁਰੂ ਦੀ ਗੋਲਕ ਖਾਲੀ ਕਰ ਦਿੱਤੀ ਹੈ। DSGMC ਨੂੰ 7 ਸਾਲਾਂ ਦੇ ਅੰਦਰ ਦਿਵਾਲੀਆ ਕਰ ਦਿੱਤਾ ਹੈ। ਉਹਨਾਂ ਨੇ DSGMC ਵਿੱਚ ਸਿਰਸਾ ਦੀ ਅਗਵਾਈ ਵਿੱਚ ਕਥਿਤ ਭ੍ਰਿਸ਼ਟਾਚਾਰ ਘੁਟਾਲਿਆਂ ਦੇ ਹਵਾਲੇ ਦੇ ਵੱਡੇ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪਬਲਿਸਿਟੀ ਦੀ ਹੱਦ ਹੈ ਕਿ ਸਿਰਸਾ ਗੁਰੂ ਕੇ ਲੰਗਰ ਅਤੇ ਸੰਗਤ ਦੇ ਦਾਨ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਰਮਿਆਨ ਆਪਣਾ ਪ੍ਰਚਾਰ ਕਰਨ ਲਈ ਵਰਤ ਰਿਹਾ ਹੈ। ਕਮੇਟੀ ਦਾ ਸਟਾਫ ਅੱਜ ਤਨਖਾਹਾਂ ਮੰਗ ਰਿਹਾ ਹੈ, ਪਰ ਸਿਰਸਾ ਸਾਹਿਬ ਆਪਣੇ ਸਵੈ ਪ੍ਰਚਾਰ 'ਚ ਮਸ਼ਰੂਫ ਹਨ, ਕਦੇ ਗ੍ਰਿਫਤਾਰੀ ਦਾ ਡਰਾਮਾ ਕਰ ਰਹੇ ਹਨ। ਸਰਦਾਰ ਸਰਨਾ ਦਾ ਕਹਿਣਾ ਹੈ ਕਿ ਕਿਸਾਨ ਇਹਨਾਂ ਦੇ ਡਰਾਮਿਆਂ ਤੋਂ ਭਲੀ ਭਾਂਤ ਵਾਕਿਫ ਹਨ, ਸੋ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਮੁਖੀ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਖਿਲਾਫ ਹੁਣ ਦੂਜੀ FIR ਦਰਜ ਹੋਣ ਤੋਂ ਬਾਅਦ ਜੇ ਇਹਨਾਂ ਵਿੱਚ ਥੋੜੀ ਜਿੰਨੀ ਵੀ ਨੈਤਿਕਤਾ ਹੈ ਤਾਂ ਸਿਰਸਾ ਨੂੰ ਤੁਰੰਤ उस उच्च अहदे तो लांबे कर देना चाहिए है। 2013 में इन्होंने बादल दल ने इलेक्शन रिग करके इलेक्शन जीती और जीतने के फौरन बाद इन्होंने गुरुद्वारा प्रबंधक कमेटी को लूटना जो है अपनी कार्रवाई शुरू कर दी। आज जिसके लिए मैंने आपको यहाँ तकलीफ दी है
ये केस 2015 में एक बड़ा अजीब केस है। इन्होंने तकरीबन 1 करोड़ रुपए की तरपालें, स्वेटरें वगैरह चीजें जो सी हैं वो इन्होंने खरीदी सरता बिहार इलाके में। उसके पेपर हमारे पास आए हैं तकरीबन 2 साल पहले। उनके बिल्स वगैरह आए, बड़े सरना साहब ने बिलों की जांच वगैरह करी, तो मन में ये सवाल उठा भाई ये तरपालों की, ये इस माल की मार्केट तो आजाद मार्केट है, ये सरता बिहार कैसे पहुंच गए। तो इन्होंने अपना मैनेजर को वहां भेजा, वे जाके पड़ताल करो ये दुकान किसकी है, ये भाव ठीक है, कैसे हैं, क्या नहीं है। 3-4 घंटे के बाद हमारा आदमी वापस आया, उसने कहा जी दुकान की बात तो छोड़ दो, ये बिल्डिंग भी वहां मौजूद नहीं है। बिल बना हुआ है, बिल में वैट भी लगा हुआ है। उस वक्त जीएसटी में होता था, वैट होता था, तकरीबन 7 लाख रुपए का वैट भी है। इन्होंने खाली चोरी गुरु घर की नहीं करी, इन्होंने सरकार की भी चोरी करी है, और इस चोरी में सब शामिल है। इसमें एक लिखा हुआ है शुरू में ही, मनजिंदर सिंह सरसा एंड अदर अक्यूज्ड। अदर अक्यूज में ये बाकी के जो भी इसमें ऑफिस बीरर हैं वो सारे शामिल हैं। जिन्होंने चेक के ऊपर दस्तखत किए वो भी शामिल हैं, जिन्होंने बिल पास किए वो भी शामिल हैं। माल आया ही नहीं और बिल बन गए, उसकी पेमेंट भी हो गई, वो चेक इन कैश हो गए गुरुद्वारा कमेटी से 1 करोड़ रुपए का। ये एक बात आपको कहना चाहते हैं, ये पहली नहीं है। ये जो सीरीज ऑफ चोरियां जो चल रही हैं, लूटपाट चल रही है, उनमें से एक है। एक एफआईआर हमने आगे करवाई है। एक एफआईआर वो जब एफआईआर हुई कहता जी वो तो मेरा नाम तो दूसरे पेज में है, पहले नाम पे पेज होना चाहिए था, तो इस दफा हमने कहा उसका पेज पहले पेज के ऊपर नाम लिख दो, उसकी भी ख्वाहिश पूरी कर दो, मेरा पहले पेज पे ऊपर नाम होना चाहिए। ही इज द प्राइम एक्यूज्ड इन बोथ द केसेस। हम आज ये कहना चाहते हैं भाई 2018 में मनजीत सिंह के ऊपर यही दोष आयद हुए थे, और इसने बादल दल ने उनसे इस्तीफा लिया, उसको बाहर का रास्ता दिखाया। वो कदम जो है उन्होंने अपनी पार्टी के तौर के ऊपर लिया, उससे संगीन दोष और वैसे ही दोष सिरसा के ऊपर आयद हुए हैं। पहले दोषों की अगर इसको कन्विक्शन होती है तो वो 15-20 साल की कैद है, अगर इसकी कन्विक्शन होती है इसकी भी 15-20 साल की कैद है। हमारा ये मानना है कि जैसे ऐसे भ्रष्ट लोगों को एक मिनट भी दिल्ली गुरुद्वारा कमेटी के पद के ऊपर रहने का कोई अधिकार नहीं है। ये चोरों की सीट नहीं है, ये तो बड़े गुरमुख और अच्छे इंसानों के लिए जगह बनी है जो धर्म की रक्षा कर सकें और अपनी कौम का कुछ बना सकें। ये गुरुद्वारे को लूटने वाली जगह नहीं है, ये वो संस्था नहीं है जहां पर लूटपाट की जाए। यहां तो अपनी किरत कमाई करके देना पड़ता है। मैंने आज ही सुबह सुना इसको ये कहते हुए भी चेक जो सा है वो मैंने नहीं दस्तखत किए, वो मेरे जॉइंट सेक्रेटरी ने दस्तखत किए हैं। उस जॉइंट सेक्रेटरी ने दस्तखत किए हैं जिसको इसने अब 10-12 दिन पहले सारी गुरुद्वारा कमेटी का प्रबंध सौंपा है, भाई तू वाइस प्रेसिडेंट की सारी जिम्मेदारियां तू निभाएगा। चोर चोर मसेर भाई हैं ये, इनके पास तेरे पास क्या जवाब है? तो उस दिन उसकी सीट के पीछे खड़ा होकर उसको सारे अख्तियार दे रहे हो तुम। हालांकि कानूनन वो भी गलत बात है, ये कर नहीं सकते हैं, पर इन्होंने किया है। परमात्मा ने इनकी बुद्धि के ऊपर पर्दा डाला है, आज इनके पास कोई जवाब नहीं है। हम ये मानना कहना चाहते हैं ये समूचा बादल दल जो सा ये भ्रष्ट है। ये ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।